ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੰਦ ਸਾਹੂ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾਂ ਦਾ ਵੇਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਆਵਰ ਕਿਆ ਜਾਣੈ ਕੋਇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਆਵਰ ਕਿਆ ਜਾਣੈ ਕੋਇ, ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਐ ਸਾਹਾ। ਦੂਜਾ ਨਾਹੀ ਕੋਇ, ਸਭਨਾ ਵਿੱਚ ਤੂੰ ਵਰਤਦਾ ਸਾਹਾ। ਸਭ ਤੁਝ ਹੈ ਧਿਆਵਹਿ ਦਿਨ ਰਾਤ, ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ। ਤੂੰ ਸਭਨਾ ਕਰ ਹੈ ਇੱਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ। ਤੁਝ ਤੇ ਬਾਹਰ ਕੋਈ ਨਾਹੀ, ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ। ਸਭ ਤੁਝ ਹੀ ਮਾਹੇ ਸਮਾਹੇ,
सबना की तू आस है मेरे प्यारे, सब तुझ है ते आवहे मेरे साह। ज्यो भावै त्यों रख तू मेरे प्यारे, सच नानक के पात साह। सबना की तू आस है मेरे प्यारे, सब तुझ है ते आवहे मेरे साह। जो पावै त्यों रख तू मेरे प्यारे, सच नानक के पात साह। वाहिगुरु जी का खालसा, वाहिगुरु जी की फतेह। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਦਸਾਂ ਪਾਤਸ਼ਾਹੀਆਂ ਦੀ ਜੋ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰ ਨਾਜ਼ਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪ੍ਰੇਮ ਦੇ ਨਾਲ ਸੋਢੀ ਸੁਲਤਾਨ ਨਿਮਾਣਿਆਂ ਦੇ ਮਾਣ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਵਾਹਿਗੁਰੂ ਪਰਮੇਸ਼ਰ ਜੀ ਅੱਗੇ ਬੇਨਤੀ ਕਰਦੇ ਨੇ, ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਮੰਗ ਕਰਦੇ ਨੇ। ਪਰਮਾਤਮਾ ਕੁਝ ਸੱਜਣ ਕਹਿੰਦੇ ਨੇ ਕਿ ਸਿਰਫ ਗਿਆਨ ਹੈ, ਪਰ ਜੇ ਆਪਾਂ ਗੁਰਬਾਣੀ ਦੀ ਵਿਚਾਰ ਗਹੁ ਦੇ ਨਾਲ ਕਰੀਏ ਤਾਂ ਪਰਮਾਤਮਾ ਜਿੱਥੇ ਗਿਆਨ ਵੀ ਹੈ, ਉੱਥੇ ਪਰਮਾਤਮਾ ਇੱਕ ਜਿਉਂਦੀ ਜਾਗਦੀ ਹਸਤੀ ਵੀ, ਜਿਹੜੀ ਸਭ ਕੁਝ ਸੁਣਦੀ ਹੈ, ਸਭ ਕੁਝ ਵੇਖਦੀ ਹੈ ਤੇ ਸਭ ਕੁਝ ਕਰਦੀ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਪਣੇ ਪਿਆਰੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਮੰਗ ਕਰਦੇ ਨੇ, ਔਰ ਬੜਾ ਸੁੰਦਰ ਸ਼ਬਦ ਵਰਤਦੇ ਨੇ, ਮੇਰੇ ਸਾਹ। ਸ਼ਾਹ ਦਾ ਅਰਥ ਗੁਰਮੁਖੀ ਵਿੱਚ, ਪੰਜਾਬੀ ਵਿੱਚ ਹੁੰਦਾ ਸ਼ਾਹੂਕਾਰ, ਤੇ ਫਾਰਸੀ ਦੇ ਵਿੱਚ ਸਾਹ ਦਾ ਅਰਥ ਹੁੰਦਾ ਪਾਤਸ਼ਾਹ, ਬਾਦਸ਼ਾਹਾਂ ਦਾ ਵੀ ਬਾਦਸ਼ਾਹ। ਆਪਾਂ ਸ੍ਰੀ ਜਾਪ ਸਾਹਿਬ ਜੀ ਦਾ ਪਾਠ ਕਰਦੇ ਹੋਏ ਪੜ੍ਹਦੇ ਹਾਂ ਕਿ ਸਾਹਨ ਸਾਹ ਹੈ, ਸਾਹਾਨ ਸਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਕਹਿਤ। ਜਿਵੇਂ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਨੇ, ਆਓ ਬੜੇ ਪ੍ਰੇਮ ਦੇ ਨਾਲ ਆਪ ਸੰਗਤ ਕਿਰਪਾ ਕਰੋ, ਇਸ ਸ਼ਬਦ ਦੀ ਵਿਆਖਿਆ ਕਰਨ ਦਾ ਦਾਸ ਯਤਨ ਕਰੇ, ਕਿਉਂ ਗੁਰਬਾਣੀ ਅਗਾਧ ਬੋਧ ਹੈ। ਕੋਈ ਵੀ ਸੱਜਣ ਦਾਵਾ ਨਹੀਂ ਕਰ ਸਕਦਾ ਕਿ ਇਹ ਜਿਹੜੇ ਅਰਥ ਨੇ ਇਹ ਅਖੀਰ ਹੈ। ਬਸ ਗੁਰਬਾਣੀ ਸਮੁੰਦਰ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰਬਾਣੀ ਦੇ ਵਿੱਚ ਬੇਅੰਤੀ ਪਦਾਰਥ ਐਸੇ ਨੇ, ਜਦੋਂ ਕਿਤੇ ਗੁਰੂ ਦੀ ਕਿਰਪਾ ਦੇ ਨਾਲ ਸਮਝ ਵਿੱਚ ਪੈਂਦੇ ਨੇ ਨਾ, ਕੋਈ ਇੱਕ ਅੱਧਾ ਸ਼ਬਦ
ਨਿਤਨੇਮ ਕਰਦਿਆਂ ਬਾਣੀ ਪੜ੍ਹਦਿਆਂ ਤਾਂ ਹੈਰਾਨ ਹੋ ਜਾਈਦਾ ਹੈ ਵੀ ਅਸੀਂ ਕੀ ਕਰਦੇ ਹਾਂ ਤੇ ਗੁਰਬਾਣੀ ਕੀ ਕਹਿੰਦੀ। ਉਦਾਹਰਣ ਦੇ ਤੌਰ ਤੇ ਅਸੀਂ ਵਧਾਈ ਉਦੋਂ ਦਿੰਦੇ ਹਾਂ ਜਦੋਂ ਵਿਆਹ ਹੋਵੇ, ਜਾਂ ਫਿਰ ਅਸੀਂ ਵਧਾਈ ਉਦੋਂ ਦਿੰਦੇ ਹਾਂ ਜਦੋਂ ਕਿਸੇ ਦਾ ਜਨਮ ਦਿਨ ਹੋਵੇ। ਪਰ ਗੁਰਬਾਣੀ ਵਧਾਈ ਕਦੋਂ ਦਿੰਦੀ ਹੈ? ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਗੁਰਬਾਣੀ ਦੀ ਵਧਾਈ ਬਿਲਕੁਲ ਨਵੇਕਲੀ ਜੀ ਹੈ। ਗੁਰਬਾਣੀ ਕਹਿੰਦੀ ਜੇ ਤੇ ਤੂੰ ਗੁਰੂ ਵਾਲਾ ਹੈ ਤਾਂ ਫੇਰ ਤੇ ਵਧਾਈ ਹੈ, ਨਹੀਂ ਤੇ ਜੰਮਣਾ ਵੀ ਵਿਅਰਥ ਹੈ, ਜ਼ਿੰਦਗੀ ਜਿਉਣੀ ਵੀ ਵਿਅਰਥ ਹੈ, ਤੇ ਮਨਮੁਖ ਦਾ ਤੇ ਮਰਨਾ ਵੀ ਵਿਅਰਥ ਹੀ ਹੈ, ਨਿਸਫਲ ਹੈ, ਕਿਸੇ ਕੰਮ ਨਹੀਂ। ਉਦਾਹਰਣ ਦੇ ਤੌਰ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰਹਾਉ ਸ਼ਬਦ ਆਉਂਦਾ ਹੈ, ਜਾਪ ਸਾਹਿਬ ਦੀ ਬਾਣੀ 'ਚ ਰਹਾਉ ਸ਼ਬਦ ਨਹੀਂ ਆਵੇਗਾ। ਕਦੇ ਪੜ੍ਹਦਿਆਂ ਖਿਆਲ ਕੀਤਾ ਹੋਵੇਗਾ, ਇਹ ਰਹਾਉ ਨਹੀਂ ਹੈ। ਰਹਾਉ ਸ਼ਬਦ ਜਾਪ ਸਾਹਿਬ ਦੇ ਵਿੱਚ ਆਉਂਦਾ ਹੈ, ਪਰ ਉੱਥੇ ਸ਼ਬਦ ਆਉਂਦਾ ਕਿ ਕੱਕੇ ਸਿਹਾਰੀ ਕੇ ਅਸ਼ਿਜ ਦੇਸੈ, ਕਿ ਅਭਿਜ ਭੇਸੈ। ਆਪਾਂ ਪੜ੍ਹਦੇ ਨਾ ਕਿ ਸ਼ਤਰੰਗ ਛਤਰੀ ਹੈ। ਰਹਾਉ ਦਾ ਅਰਥ ਕੀ ਹੁੰਦਾ? ਵੈਸੇ ਰਹਾਉ ਦੇ ਮਹਾਂਪੁਰਸ਼ਾਂ ਨੇ 52 ਅਰਥ ਕੀਤੇ ਨੇ। ਰਹਾਉ ਦਾ ਇੱਕ ਅਰਥ ਹੁੰਦਾ ਤਵੱਜੋ ਦੇਣਾ। ਅਰਥ ਤੇ ਕਈ ਨੇ, ਆਪ ਆਪਣੀ ਬੁੱਧ ਹੈ ਜੇਤੀ, ਬਰਨਦ ਭਿੰਨ ਭਿੰਨ ਤੋਹੇ ਤੇਤੀ। ਤਵੱਜੋ ਦੇਣਾ ਇੱਕ ਅਰਥ। ਜਾਪ ਸਾਹਿਬ ਦੇ ਵਿੱਚ ਜਿਹੜਾ ਕੱਕੇ ਸਿਹਾਰੀ ਕੇ ਆਉਂਦਾ ਨਾ, ਉਹ ਫਾਰਸੀ ਮੁਤਾਬਕ ਅਤਫ ਕਾਫ ਆ, ਉਹਨੂੰ ਕਹਿੰਦੇ ਅਤਫ ਕਾਫ, ਜਿਹਦਾ ਅਰਥ ਹੁੰਦਾ ਤਵੱਜੋ ਦੇ, ਧਿਆਨ ਦੇ। ਉਹ ਪਰਮਾਤਮਾ ਅਸ਼ਿਜ ਦੇਸ, ਭਾਵ ਕਦੀ ਖਤਮ ਹੋਣ ਵਾਲਾ ਨਹੀਂ, ਇਸ ਗੱਲ ਨੂੰ ਧਿਆਨ ਦੇ। ਐਵੇਂ ਨਾ ਪੜ੍ਹ ਕੇ ਲੰਘੀ ਜਾ, ਧਿਆਨ ਦੇ। ਉਹ ਪਰਮਾਤਮਾ ਬ੍ਰਹਮ ਸਰੂਪ ਹੈ, ਭਾਵ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ, ਧਿਆਨ ਦੇ। ਐਵੇਂ ਹੀ ਉਤੋਂ ਪੜ੍ਹ ਕੇ ਲੰਘੀ ਜਾਂਦਾ, ਧਿਆਨ ਹੀ ਨਹੀਂ ਦਿੰਦਾ। ਉਹ ਪਰਮਾਤਮਾ ਰਾਜ਼ਕ ਰਹੀਮ ਹੈ, ਧਿਆਨ ਦੇ ਇਸ ਗੱਲ ਤੇ ਕਿ ਰੋਟੀ ਦੇਣ ਵਾਲਾ ਹੈ, ਰਹਿਮ ਕਰਨ ਵਾਲਾ ਹੈ, ਬੰਦ ਖਲਾਸੀ ਕਰਨ ਵਾਲਾ ਹੈ। ਸੋ ਆਓ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਇਸ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। हे ਮੇਰੇ ਪਾਤਸ਼ਾਹ, ਮੈਨੂੰ ਆਪ ਜੀ ਦੇ ਦਰਸ਼ਨਾਂ ਕਰਕੇ ਹੀ ਅਸਲੀ ਸੁਖ ਪ੍ਰਾਪਤ ਹੋਵੇਗਾ। ਸਦੀਵ ਆਨੰਦ ਦੀ ਪ੍ਰਾਪਤੀ ਹੋਵੇਗੀ, ਉਹ ਸੁਖ ਜਿਹੜਾ ਕਦੀ ਜਾਂਦਾ ਨਹੀਂ, ਕਦੀ ਮੁੱਕਦਾ ਨਹੀਂ, ਕਦੀ ਬਦਲਦਾ ਨਹੀਂ। ਦੁਨਿਆਵੀ ਸੁੱਖ ਜਿਹੜਾ ਹੈ ਉਹ ਸਮੇਂ ਦੇ ਨਾਲ ਬਦਲ ਜਾਂਦਾ ਹੈ, ਪਰ ਪਰਮਾਤਮਾ ਦਾ ਜਿਹੜਾ ਸੁੱਖ ਹੈ ਇਹ ਸਦੀਵੀ ਬਣਿਆ ਰਹਿੰਦਾ ਹੈ। ਇਸ ਕਰਕੇ ਮੈਨੂੰ ਆਪ ਜੀ ਦਰਸ਼ਨਾਂ ਦੀ ਦਾਤ ਦਿਓ, ਜਿਸ ਕਰਕੇ ਮੈਨੂੰ ਸਦੀਵੀ ਸੁੱਖ ਦੀ, ਆਨੰਦ ਦੀ ਦਾਤ ਪ੍ਰਾਪਤ ਹੋਵੇ। ਹਮਰੀ ਬੇਦਨ ਤੂੰ ਜਾਣਤਾ ਸਾਹਾ,
ਅਵਰ ਕਿਆ ਜਾਣੈ ਕੋਏ। ਬੇਦਨ ਨਾਮ ਹੈ ਪੀੜਾ ਦਾ। ਮੇਰੇ ਦਰਦ ਨੂੰ ਇਹ ਵਾਹਿਗੁਰੂ ਮੇਰੇ ਸੱਚੇ ਪਾਤਸ਼ਾਹ ਮੇਰੇ ਸਾਹ ਆਪ ਹੀ ਜਾਣਦੇ ਆ। ਜਿਹੜਾ ਮੈਨੂੰ ਦਰਦ ਹੈ ਨਾ ਆਪ ਜੀ ਦੇ ਦਰਸ਼ਨਾਂ ਦਾ, ਆਪ ਜੀ ਦੇ ਬਿਰਹਾ ਦਾ, ਵਿਛੋੜੇ ਦਾ, ਇਹ ਸਿਰਫ ਆਪ ਹੀ ਜਾਣਦੇ, ਹੋਰ ਕੋਈ ਨਹੀਂ ਜਾਣਦਾ। ਗੁਰਬਾਣੀ ਨੇ ਨਾ ਜਿਹੜਾ ਬਿਰਹਾ ਹੈ ਇਹਨੂੰ ਜ਼ਿੰਦਗੀ ਦੀ ਨਿਸ਼ਾਨੀ ਮੰਨਿਆ। ਜਿਹੜੀ ਪੀੜਾ ਵਾ ਪ੍ਰੇਮ ਆ ਇਹਨੂੰ ਜਿਉਂਦਿਆਂ ਦੀ ਨਿਸ਼ਾਨੀ ਮੰਨਿਆ। ਜਿਸ ਬੰਦੇ ਦੇ ਅੰਦਰ ਪੀੜਾ ਨਹੀਂ ਨਾ ਪੈਦਾ ਹੋਈ, ਤਰਸ ਨਹੀਂ ਪੈਦਾ ਹੋਇਆ, ਦਰਦ ਨਹੀਂ ਪੈਦਾ ਹੋਇਆ, ਬਿਰਹਾ ਨਹੀਂ ਪੈਦਾ ਹੋਇਆ, ਉਹਨੂੰ ਗੁਰਬਾਣੀ ਮਰਿਆਂ ਦੇ ਤੁੱਲ ਦੱਸਦੀ ਹੈ ਵੀ ਉਹ ਤੇ ਮਰੇ ਹੋਏ ਬੰਦੇ, ਉਹਨਾਂ ਨੂੰ ਤੁਸੀਂ ਜਿਉਂਦੇ ਨਾ ਸਮਝੋ। ਉਦਾਹਰਣ ਦੇ ਤੌਰ ਤੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਊਪਜੈ ਸੋ ਤਨ ਜਾਣ ਮਸਾਣ। ਉਹਨੂੰ ਤੁਸੀਂ ਮਰਿਆ ਹੋਇਆ ਸਰੀਰ ਸਮਝੋ। ਉੱਥੇ ਜ਼ਿੰਦਗੀ ਦੀ ਗੱਲ ਨਹੀਂ, ਜਿਵੇਂ ਮੜੀਆਂ ਦੇ ਵਿੱਚ ਜਾ ਕੇ ਜ਼ਿੰਦਗੀ ਖਤਮ ਹੋ ਜਾਂਦੀ ਹੈ, ਉਹ ਤੇ ਮੜੀਆਂ ਵਾਲਾ ਥਾਂ। ਜਿਸ ਹਿਰਦੇ 'ਚ ਵਾਹਿਗੁਰੂ ਦੀ ਤੜਫ ਨਹੀਂ, ਵਾਹਿਗੁਰੂ ਦਾ ਪ੍ਰੇਮ ਨਹੀਂ, ਜਾਂ ਕਿਸੇ ਦੇ ਪ੍ਰਤੀ ਵੀ ਤਰਸ ਨਹੀਂ, ਕਿਉਂ ਧਰਮ ਵੀ ਉੱਥੇ ਹੀ ਪੈਦਾ ਹੁੰਦਾ ਨਾ ਜਿੱਥੇ ਤਰਸ ਪੈਦਾ ਹੁੰਦਾ। ਧੌਲ ਧਰਮ ਦਇਆ ਕਾ ਪੂਤ, ਜਿੱਥੇ ਤਰਸ ਪੈਦਾ ਹੋਵੇ। ਅੱਜ ਕੱਲ੍ਹ ਨਾ ਇੱਕ ਸਵਾਲ ਬੜਾ ਚੱਲਦਾ ਹੈ ਵੀ ਸਭ ਕੁਝ ਜੇ ਪਰਮਾਤਮਾ ਨੇ ਬਣਾਇਆ ਵਾ ਤਾਂ ਚੋਰੀ ਕਿਹਨੇ ਬਣਾਈ ਹੈ, ਯਾਰੀ ਕਿਹਨੇ ਬਣਾਈ ਹੈ, ਅਤਿਆਚਾਰ ਕਿਹਨੇ ਬਣਾਏ, ਮਾੜੇ ਕਰਮ ਕਿਹਨੇ ਬਣਾਏ। ਮਾਫੀ ਮੰਗ ਕੇ ਕਵਾਂ, ਜਿਹੜਾ ਬਾਹਰ ਦੁਨੀਆ ਦੇ ਵਿੱਚ ਧੱਕਾ ਜ਼ੋਰੀ ਹੁੰਦੀ ਹੈ, ਗਰੀਬ ਨਾਲ ਧੱਕਾ ਹੁੰਦਾ ਹੈ, ਇਹ ਫਿਰ ਕਿਹਨੇ ਬਣਾਇਆ? ਬੁਰਿਆਈ ਕਿਹਨੇ ਬਣਾਈ ਹੈ? ਸੌਖਾ ਜਿਹਾ ਸ਼ਬਦ ਬੁਰਿਆਈ ਕਿਹਨੇ ਬਣਾਈ? ਧਾਰਮਿਕ ਬੰਦਾ ਫਿਰ ਚੁੱਪ ਕਰ ਜਾਂਦਾ ਹੈ, ਕਿਉਂ ਮਨ ਬੈਠਾ ਹੈ ਤੇ ਇਸ ਗੱਲ ਤੇ ਯਕੀਨ ਕਰਦਾ ਵੀ ਸਭ ਕੁਝ ਰੱਬ ਨੇ ਬਣਾਇਆ। ਕਿਉਂ ਆਪਾਂ ਇਹ ਗੱਲ ਮੰਨਦੇ ਹਾਂ ਵੀ ਕਰਤਾ ਪੁਰਖ, ਸਭ ਕੁਝ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਆਪੇ ਭਾਂਡੇ ਸਾਜੇ ਹਨ, ਹੁਣ ਸਾਰੇ ਭਾਂਡੇ ਉਹਨੇ ਹੀ ਸਾਜੇ ਨੇ, ਸਾਰੇ ਸਰੀਰ ਉਹਨੇ ਹੀ ਬਣਾਏ ਨੇ। ਧਰਮੀ ਬੰਦੇ ਨੂੰ ਕਈ ਵਾਰੀ ਚੁੱਪ ਹੋਣਾ ਪੈਂਦਾ। ਦਾਸ ਨੇ ਇੱਕ ਸਾਖੀ ਪੜ੍ਹੀ ਹੈ, ਬੜਾ ਪ੍ਰਸਿੱਧ ਸਾਇੰਟਿਸਟ ਹੋਇਆ ਆਇਨਸਟਾਈਨ। ਵੈਸੇ ਜ਼ਿਆਦਾਤਰ ਜਿਹੜੇ ਸਾਇੰਟਿਸਟ ਹੋਏ ਨੇ ਉਹ ਨਾਸਤਕ ਬਿਰਤੀ ਦੇ ਹੋਏ। ਆਇਨਸਟਾਈਨ ਇੱਕ ਇਦਾਂ ਦਾ ਸਾਇੰਟਿਸਟ ਹੈ ਜਿਹੜਾ ਰੱਬ ਤੇ ਯਕੀਨ ਕਰਨ ਵਾਲਾ ਸੀ। ਉਹ ਛੋਟਾ ਹੁੰਦਾ ਜਦੋਂ ਸਕੂਲ ਜਾਂਦਾ ਤਾਂ ਉਸ ਸਮੇਂ ਨਾਸਤਿਕਤਾ ਦਾ ਕਾਫੀ ਪ੍ਰਭਾਵ ਸੀ। ਉਹਦਾ ਜਿਹੜਾ ਪ੍ਰੋਫੈਸਰ ਸੀ ਉਹ ਇੱਕ ਦਿਨ ਕਲਾਸ ਦੇ ਵਿੱਚ ਆਇਆ, ਪਾਠਸ਼ਾਲਾ ਵਿੱਚ ਆਣ ਕੇ ਵਿਦਿਆਰਥੀਆਂ ਨੂੰ ਕਹਿੰਦਾ ਕਿ ਸਾਰੀ ਦੁਨੀਆ ਕਿਹਨੇ ਬਣਾਈ ਹੈ? ਕਿਉਂ ਵਿਦਵਾਨ ਬੰਦੇ, ਤੀਕਸ਼ਣ ਬੁੱਧੀ ਵਾਲੇ ਬੰਦੇ ਇਹੋ ਜਿਹਾ ਸਵਾਲ ਕਰਦੇ ਨੇ ਕਿ ਅਗਲਾ ਬੰਦਾ ਫਸ ਜਾਂਦਾ ਹੈ। ਜਿਹੜੇ ਬੰਨੇ ਵੀ ਜਾਓਗੇ ਫਸਣਾ ਪਵੇਗਾ, ਕੋਈ ਵੀ ਪੱਖ ਲੈ ਲਓ। ਇੱਕ ਵਿਦਿਆਰਥੀ ਨੇ ਉੱਠ ਕੇ ਆਖਿਆ, ਜਨਾਬ ਜਾਂ ਸ਼੍ਰੀਮਾਨ ਜੀ, ਸਾਰਾ ਸੰਸਾਰ, ਈਸਾਈ ਸੀ ਵਿਦਿਆਰਥੀ ਜਿਆਦੇ, ਸਾਰਾ ਸੰਸਾਰ ਪਰਮਾਤਮਾ ਨੇ ਬਣਾਇਆ। ਪ੍ਰੋਫੈਸਰ ਨੇ ਉਹ ਬੱਚਾ ਲਿਆ ਫਸਾ, ਉਹਨੇ ਅਗਲਾ ਸਵਾਲ ਕਰਤਾ, ਫਿਰ ਬੁਰਾਈ ਕਿਹਨੇ ਬਣਾਈ? ਬੱਚਾ ਚੁੱਪ ਹੋ ਗਿਆ। ਕਿਉਂ? ਪਹਿਲਾਂ ਮੰਨ ਚੁੱਕਿਆ ਸਭ ਕੁਝ ਰੱਬ ਨੇ ਬਣਾਇਆ, ਸਾਰਾ ਸੰਸਾਰ ਪਰਮੇਸ਼ਰ ਨੇ ਬਣਾਇਆ। ਉੱਥੇ ਆਇਨਸਟਾਈਨ ਬੈਠਾ ਸੀ,
ਉਹ ਕਹਿਣ ਲੱਗਾ ਸ਼੍ਰੀਮਾਨ ਜੇ ਮੈਨੂੰ ਹੁਕਮ ਹੋਵੇ ਤੇ ਮੈਂ ਜਵਾਬ ਦੇਵਾਂ। ਕਹਿੰਦੇ ਜੀ ਦੋ। ਵੀ ਸਾਰੀ ਦੁਨੀਆ ਨਹੀਂ ਦੇ ਸਕੀ, ਤੂੰ ਕੀ ਦੇਵੇਂਗਾ? ਵੱਡੇ ਵੱਡੇ ਵਿਦਵਾਨ ਨਹੀਂ ਦੇ ਸਕੇ, ਬੱਚਾ ਦਊਗਾ। ਉਹ ਕਹਿਣ ਲੱਗਾ ਮੇਰਾ ਸਵਾਲ ਪਹਿਲਾਂ ਹੈ ਤੇ ਜਵਾਬ ਮੈਂ ਤੁਹਾਡੀ ਗੱਲ ਦਾ ਬਾਅਦ ਦਊਂ। ਕਹਿੰਦੇ ਕਰ। ਕਹਿੰਦਾ ਜੀ ਤੁਸੀਂ ਕਦੀ ਸਰਦੀ ਦੇਖੀ ਆ? ਉਹ ਕਹਿੰਦਾ ਇਹ ਕਿਹੜਾ ਬੇਤੁਕਾ ਸਵਾਲ, ਤੈਨੂੰ ਕਦੀ ਠੰਡ ਨਹੀਂ ਲੱਗੀ, ਤੂੰ ਕਦੀ ਬਰਫ਼ ਪੈਂਦੀ ਨਹੀਂ ਦੇਖੀ? ਕਹਿੰਦਾ ਨਹੀਂ, ਫਿਜ਼ਿਕਸ ਦੇ ਮੁਤਾਬਕ, ਲਾ ਆਫ ਸਾਇੰਸ ਦੇ ਮੁਤਾਬਕ, ਭੌਤਿਕ ਵਿਗਿਆਨ ਦੇ ਮੁਤਾਬਕ ਤੁਸੀਂ ਜਵਾਬ ਦਿਓ। ਦੁਨਿਆਵੀ ਜਵਾਬ ਨਾ ਦਿਓ ਜਿੱਦਾਂ ਲੋਕ ਗੱਲਾਂ ਕਰਦੇ ਆ, ਇੱਥੇ ਗੱਲ ਹੋ ਰਹੀ ਸਾਇੰਸ ਦੀ। ਉਦਾਂ ਜਵਾਬ ਦਿਓ ਵੀ ਤੁਸੀਂ ਸਰਦੀ ਦੇਖੀ ਹੈ? ਉਹ ਕਹਿੰਦਾ ਤੂੰ ਨਹੀਂ ਦੇਖੀ? ਕਹਿੰਦਾ ਨਹੀਂ। ਕਹਿੰਦਾ ਸਰਦੀ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਆ। ਵਿਦਵਾਨਾਂ ਨੇ ਗਰਮੀ ਦੀ ਅਣਹੋਂਦ ਨੂੰ ਮਾਪਣ ਵਾਸਤੇ ਇੱਕ ਨਾਮ ਦਿੱਤਾ, ਉਹ ਕੀ ਹੈ? ਸਰਦੀ। ਏਸੀ ਚਲਾ ਦੋ, ਗਰਮੀ ਉੱਡ ਜਾਵੇਗੀ ਤੇ ਗਰਮੀ ਦੀ ਅਣਹੋਂਦ ਪੈਦਾ ਹੋ ਜਾਵੇਗੀ ਤੇ ਸਰਦੀ ਹਾਜ਼ਰ। ਗਰਮੀ ਦੀ ਅਣਹੋਂਦ ਨੂੰ ਮਾਪਣ ਵਾਸਤੇ ਇੱਕ ਨਾਮ ਦਿੱਤਾ ਸਰਦੀ। ਸਰਦੀ ਕੋਈ ਸੁਤੰਤਰ ਪਦਾਰਥ ਨਹੀਂ ਹੈ। ਸਾਇੰਸ ਮੁਤਾਬਕ ਗੱਲ ਕਰੋ, ਬਾਕੀ ਵਿਸ਼ਿਆਂ ਮੁਤਾਬਕ ਨਹੀਂ। ਪ੍ਰੋਫੈਸਰ ਇਹ ਲੱਗਿਆ ਥੋੜਾ ਜਿਹਾ ਵੀ ਬੰਦੇ ਦੀ ਗੱਲ 'ਚ ਦਮ ਹੈ। ਦੂਸਰਾ ਉਹਨੇ ਸਵਾਲ ਕੀਤਾ ਵਿਦਿਆਰਥੀ ਨੇ, ਆਇਨਸਟਾਈਨ ਨੇ, ਕਹਿੰਦਾ ਤੁਸੀਂ ਕਦੀ ਹਨੇਰਾ ਵੇਖਿਆ? ਕਹਿੰਦਾ ਇਹ ਬੇਤੁਕਾ ਤੇ ਮੂਰਖਾਂ ਵਾਲਾ ਸਵਾਲ ਹੈ। ਕਹਿੰਦਾ ਨਹੀਂ ਜੀ, ਤੁਸੀਂ ਮੇਰੀ ਗੱਲ ਦਾ ਜਵਾਬ ਦਿਓ, ਤੁਸੀਂ ਹਨੇਰਾ ਵੇਖਿਆ ਕਦੀ? ਕਹਿੰਦਾ ਤੂੰ ਨਹੀਂ ਦੇਖਿਆ, ਤੂੰ ਕਿਤੇ ਰਾਤ ਘਰ ਚੋਂ ਬਾਹਰ ਨਹੀਂ ਆਇਆ? ਕਹਿੰਦਾ ਨਹੀਂ, ਸਾਇੰਸ ਮੁਤਾਬਕ ਜਵਾਬ ਦਿਓ। ਕਹਿੰਦਾ ਕੀ ਕਹਿਣਾ ਚਾਹੁੰਦਾ? ਕਹਿੰਦਾ ਹਨੇਰਾ ਨਾਂ ਦੀ ਚੀਜ਼ ਹੀ ਕੋਈ ਨਹੀਂ। ਚਾਨਣ ਦੀ ਅਣਹੋਂਦ ਨੂੰ ਮਾਪਣ ਵਾਸਤੇ, ਚਾਨਣ ਦੀ ਅਣਹੋਂਦ ਨੂੰ ਸਿੱਧ ਕਰਨ ਵਾਸਤੇ ਵਿਦਵਾਨਾਂ ਨੇ ਇੱਕ ਨਾਮ ਘੜਿਆ। ਸਾਡੇ ਬਜ਼ੁਰਗਾਂ ਨੇ, ਦਾਨਿਆਂ ਨੇ, ਜਦੋਂ ਦੁਨੀਆ ਬਣੀ ਹੋਵੇਗੀ ਕੀ ਹਨੇਰਾ। ਇੱਕ ਮਾਚਿਸ ਦੀ ਤੀਲੀ ਬਾਲ ਤੇਰਾ ਹਨੇਰਾ ਲੱਭਣਾ ਹੀ ਨਹੀਂ। ਫਿਰ ਮੈਨੂੰ ਸਿੱਧ ਕਰਕੇ ਦਿਖਾਈ ਕਿੱਥੇ ਗਿਆ ਤੇਰਾ ਹਨੇਰਾ। ਚਾਨਣ ਦੀ ਅਣਹੋਂਦ ਹਨੇਰਾ ਵਾ। ਕਹਿੰਦਾ ਹੁਣ ਮੈਂ ਤੇਰੀ ਗੱਲ ਤੇ ਆਉਣਾ ਵਾ। ਦੇਖੋ ਉਹਨੇ ਸਿੱਧਾ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਹੁਣ ਮੈਨੂੰ ਦੱਸ ਬੁਰਾਈ ਹੈ। ਕਹਿੰਦਾ ਤੂੰ ਕਹਿਣਾ ਕੀ ਚਾਹੁੰਦਾ? ਪ੍ਰੋਫੈਸਰ ਇਹ ਲੱਗਿਆ ਨਾ ਫਿਰ। ਕਹਿੰਦਾ ਤੂੰ ਕਹਿਣਾ ਕੀ ਚਾਹੁੰਦਾ? ਕਹਿੰਦਾ ਪ੍ਰੋਫੈਸਰ ਸਾਹਿਬ, ਪਰਮੇਸ਼ਰ ਦੀ ਅਣਹੋਂਦ ਦੀ ਬੁਰਾਈ ਆ। ਬੁਰਾਈ ਨਾਮ ਦਾ ਸੁਤੰਤਰ ਪਦਾਰਥ ਨਹੀਂ ਹੈ। ਜਿਸ ਹਿਰਦੇ 'ਚ ਤੜਫ ਨਹੀਂ, ਜਿਸ ਹਿਰਦੇ 'ਚ ਪ੍ਰੇਮ ਨਹੀਂ, ਜਿਸ ਹਿਰਦੇ 'ਚ ਪ੍ਰਭੂ ਨਹੀਂ, ਉੱਥੇ ਬੁਰਾਈ ਹੈ। ਨਹੀਂ ਤੇ ਬੁਰਾਈ ਨਾਮ ਦਾ ਕੋਈ ਸੁਤੰਤਰ ਪਦਾਰਥ ਨਹੀਂ। ਗੁਰਬਾਣੀ ਮੁਤਾਬਕ ਜਿਸ ਹਿਰਦੇ 'ਚ ਪ੍ਰੇਮ ਨਹੀਂ ਨਾ, ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਤੜਫ ਨਹੀਂ, ਗੁਰਬਾਣੀ ਕਹਿੰਦੀ ਹੈ ਵੀ ਇਹ ਲਾਸ਼ ਕਿੱਥੋਂ ਲੈ ਆਇਆ ਚੁੱਕ ਕੇ, ਇਹ ਮੁਰਦਾ ਕਿੱਥੋਂ ਲਿਆ ਕੇ ਬਿਠਾ ਦਿੱਤਾ ਜਿਹਦੇ ਅੰਦਰ ਰੱਬ ਦਾ ਪ੍ਰੇਮ ਹੀ ਨਹੀਂ ਜਾਗਿਆ ਅਜੇ ਤੱਕ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਵਾਹਿਗੁਰੂ ਦੀ ਤੜਫ ਪੈਦਾ ਹੋਣੀ ਚਾਹੀਦੀ ਹੈ, ਤਰਸ ਪੈਦਾ ਹੋਣਾ ਚਾਹੀਦਾ ਦੁਨੀਆ ਵਾਸਤੇ, ਸੰਸਾਰ ਵਾਸਤੇ। ਵਿਸ਼ੇ ਦੇ ਵਿੱਚ ਚੱਲਦਿਆਂ ਇਹ ਗੱਲ ਆ ਗਈ, ਮੈਂ ਕਿਹਾ ਸਮਾਂ ਚੰਗਾ ਹੈ ਵਿਆਖਿਆ ਹੋ ਜੇ ਤੇ ਜਵਾਬ ਦਿੱਤਾ ਜਾਵੇ ਤੇ ਚੰਗੀ ਗੱਲ ਹੈ। ਮੇਰੀ ਤੜਫ ਨੂੰ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਜਾਣਦੇ। ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਤ। ਵਿਛੋੜਾ ਸੁਣਦਿਆਂ ਹੀ ਮੇਰੀਆਂ ਧਾਹਾਂ ਨਿਕਲਦੀਆਂ। ਵਾਹਿਗੁਰੂ ਜੀ ਦੇ ਦਰਸ਼ਨ ਤੋਂ ਬਿਨਾ ਮੇਰੀ ਮੌਤ ਹੈ।
ਜਾਂ ਫਿਰ ਗੁਰਬਾਣੀ ਇੱਕ ਜਗ੍ਹਾ ਬੜਾ ਸੁੰਦਰ ਪ੍ਰਮਾਣ ਦਿੰਦੀ ਹੈ ਵੀ ਜਿਹੜਾ ਰੱਬ ਦਾ ਵਿਛੋੜਾ ਹੈ ਇਹ ਜੰਬੂਰਾਂ ਦੀ ਨਿਆਈ ਦੁੱਖ ਦਿੰਦਾ ਹੈ। ਜਿਵੇਂ ਕਿਸੇ ਦੇ ਸਰੀਰ ਨੂੰ ਜੰਬੂਰਾਂ ਦੇ ਨਾਲ ਤੋੜਿਆ ਜਾਵੇ, ਖਿੱਚਿਆ ਜਾਵੇ, ਇਸ ਪ੍ਰਕਾਰ ਕਹਿੰਦੇ ਦੁੱਖ ਦਿੰਦਾ ਹੈ। ਲਾਗੀ ਹੋਏ ਸੋ ਜਾਣੈ ਪੀਰ RAM ਭਗਤ ਅਣਿਆਲੇ ਤੀਰ। ਆਪਾਂ ਰੋਜ਼ ਸੁਣਦੇ ਹਾਂ ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੇ ਜਰੀ। ਤਾਂ ਮੇਰੀ ਬੇਦਨ ਪੀੜਾ ਨੂੰ ਇਹ ਪ੍ਰਭੂ ਆਪ ਹੀ ਜਾਣਦੇ ਹੋ, ਹੋਰ ਕੋਈ ਨਹੀਂ ਜਾਣ ਸਕਦਾ ਇਸ ਪੀੜਾ ਨੂੰ। ਰਹਾਉ ਤਾਂ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਹੇ ਵਾਹਿਗੁਰੂ ਜੀ, ਆਪ ਪਿੱਛੇ ਵੀ ਸੱਚ ਸੀ, ਅਧਿਸ਼ਠਾਨ ਰੂਪ ਦੇ ਵਿੱਚ, ਆਸਰਾ ਰੂਪ ਦੇ ਵਿੱਚ। ਹੁਣ ਵੀ ਤੁਸੀਂ ਗਿਆਤ ਰੂਪ ਦੇ ਵਿੱਚ ਸੱਚ, ਭਵਿੱਖ ਵਿੱਚ ਤੁਸੀਂ ਸਿਧਾਂਤ ਰੂਪ ਦੇ ਵਿੱਚ ਸੱਚ ਹੋਗੇ। ਭਾਵ ਤਿੰਨਾਂ ਕਾਲਾਂ ਦੇ ਵਿੱਚ ਆਪ ਹੀ ਸੱਚ ਰਹੋਗੇ। ਜਾਂ ਫਿਰ ਹੇ ਸੱਚੇ ਸਾਹਿਬ, ਆਪ ਨਿਸ਼ਚੈ ਕਰਕੇ ਸੱਚ, ਤੇ ਜੋ ਤੁਸੀਂ ਕਰਦੇ ਹੋ ਨਾ ਉਹ ਨਿਸ਼ਚੈ ਕਰਕੇ ਹੋਵੇਗਾ। ਬਿਓ ਪੂਛ ਨਾ ਮਸਲਤ ਧਰੇ, ਜੋ ਕਿਛ ਕਰੇ ਸੋ ਆਪੇ ਕਰੇ। ਤੂੰ ਕਰਤਾ ਸਚਿਆਰ ਮੈਡਾ ਸਾਈ। ਜੋ ਆਪ ਜੀ ਕਰਦੇ ਹੋ ਉਹ ਵੀ ਸਭ ਸੱਚ ਹੈ। ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਏ। ਹੁਣ ਜਦੋਂ ਹਰ ਜਗ੍ਹਾ ਤੇ ਗੁਰਸਿੱਖਾਂ ਦੀ ਨਿਗਾਹ 'ਚ, ਬ੍ਰਹਮ ਗਿਆਨੀਆਂ ਦੀ ਨਿਗਾਹ 'ਚ ਆਪ ਹੀ ਬੈਠੇ ਹੋ। ਸਭੈ ਘਟ RAM ਬੋਲੇ, ਰਾਮਾ ਬੋਲੇ, RAM ਬਿਨਾ ਕੋ ਬੋਲੇ ਰੇ। ਜਾਂ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਈ। ਗੁਰਬਾਣੀ ਮੁਤਾਬਕ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦ੍ਰਿਸ਼ਟਾਂਤ ਬੜੇ ਸੁੰਦਰ ਨੇ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਬੋਧ ਪ੍ਰਭ ਸੋਈ। ਅੱਗੇ ਮਹਾਰਾਜ ਜੀ ਦੱਸਣਗੇ ਗੁਰਬਾਣੀ ਮੁਤਾਬਕ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਨਹੀਂ। ਇਹ ਗੁਰਸਿੱਖ ਦੀ ਅਵਸਥਾ ਹੈ। ਇੱਕ ਸਟੇਜ ਇਸ ਤਰ੍ਹਾਂ ਦੀ ਆਉਂਦੀ ਜਦੋਂ ਰੱਬ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਤੇ ਰੱਬ ਦਾ ਕੀਤਾ ਸਭ ਕੁਝ ਸੱਚ ਹੈ। ਆਪਾਂ ਪੜ੍ਹਦੇ ਹਾਂ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਾਂ ਆਪਾਂ ਬੜੇ ਪ੍ਰੇਮ ਦੇ ਨਾਲ ਇਹ ਵੀ ਗੱਲ ਪੜ੍ਹਦੇ ਹਾਂ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਸ਼। ਕਲਗੀਧਰ ਦਾ ਇੱਕ ਬਚਨ ਬੜਾ ਸੋਹਣਾ ਸੁੰਦਰ ਆਉਂਦਾ ਕਿ ਜਗਤੰ ਕ੍ਰਿਤੀ ਹੈ, ਜਿਸ ਨੇ ਸਾਰੀ ਦੁਨੀਆ ਨੂੰ ਕੀਤਾ ਵਾ, ਸਾਰੀ ਦੁਨੀਆ ਨੂੰ ਬਣਾਇਆ। ਹੁਣ ਜਦੋਂ ਰੱਬ ਦਾ ਬਣਾਇਆ ਸਭ ਕੁਝ ਸੱਚਾ ਹੈ, ਤਾਂ ਫਿਰ ਇੱਕ ਸਵਾਲ ਉੱਠਦਾ ਹੈ, ਨਰਕ ਸਵਰਗ ਝੂਠੇ ਨੇ? ਇੱਕ ਸਵਾਲ ਹੈ, ਜਦੋਂ ਰੱਬ ਦਾ ਬਣਾਇਆ ਸਭ ਕੁਝ ਸੱਚਾ ਹੈ, ਫਿਰ ਸੱਚੇ ਤੇਰੇ ਲੋ। ਦੋ ਤਰ੍ਹਾਂ ਦੀ ਦੁਨੀਆ ਮੰਨੀ ਗਈ ਹੈ ਨਾ, ਖਾਕ ਨੂਰ ਕਰਦਮ ਆਲਮ ਦੁਨੀਆਏ। ਇੱਕ ਖਾਕੀ ਸ੍ਰਿਸ਼ਟੀ, ਇੱਕ ਨੂਰੀ ਸ੍ਰਿਸ਼ਟੀ। ਇੱਕ ਤੇ ਮਿੱਟੀ ਦੇ ਸਰੀਰਾਂ ਦੀ ਸ੍ਰਿਸ਼ਟੀ ਜਿਹੜੀ ਸਾਡੀ ਹੈ, ਇੱਕ ਨੂਰ ਹੀ ਨੂਰ ਆ, ਜਿੱਥੇ ਤਿੱਥੈ ਲੋ ਲੋ ਆਕਾਰ। ਤਾਂ ਜਦੋਂ ਰੱਬ ਦਾ ਬਣਾਇਆ ਸਭ ਕੁਝ ਸੱਚਾ ਹੈ, ਤੇ ਜੇ ਮੇਰੇ ਵਰਗਾ ਕੋਈ ਸਵਾਲ ਕਰਦੇ ਤੇ ਫਿਰ ਲੜਾਈ ਆ ਨਾ, ਨਰਕ ਸਵਰਗ ਕਿਦਾਂ ਝੂਠੇ ਹੋ ਗਏ। ਕਿਸੇ ਸੱਜਣ ਨੇ ਸਵਾਲ ਕੀਤਾ, ਮਹਾਂਪੁਰਸ਼ੋ ਨਰਕ ਸਵਰਗ ਝੂਠੇ ਆ ਕਿ ਸੱਚੇ? ਵੀ ਕਈ ਸੱਜਣ ਕਹਿੰਦੇ ਨੇ ਵੀ ਨਹੀਂ, ਤੇ ਗੁਰਬਾਣੀ ਦੇ ਪ੍ਰਮਾਣ ਵੀ ਦਿੰਦੇ ਆ। ਅੱਗੇ ਉਹ ਮਹਾਤਮਾ ਨੇ ਜਵਾਬ ਦਿੱਤਾ, ਤੁਸੀਂ ਸਹਿਜ ਪਾਠ ਕੀਤਾ? ਕਹਿੰਦੇ ਜੀ ਕੀਤਾ।
ਕਰਦੇ ਹੋ ਕਹਿੰਦੇ, ਕਰਦੇ ਹੋ ਕਹਿੰਦੇ। ਫਿਰ ਗੁਰਬਾਣੀ ਤੇ ਬੜੀਆਂ ਤੁਕਾਂ ਆਉਂਦੀਆਂ ਇਦਾਂ ਦੀਆਂ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵੜਾ। ਇਹ ਤੋਂ ਅੱਗੇ ਹੁਕਮ ਕੀਏ, ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ। ਉਹ ਕਿਹੜਾ ਰਾਹ ਵਾ ਬਈ? ਇੱਥੇ ਤੇ ਸੜਕਾਂ ਬੜੀਆਂ ਖੁੱਲੀਆਂ ਕਰਤੀਆਂ ਸਰਕਾਰ ਨੇ, ਰਾਹੇ ਭੀੜੇ ਅੱਗੇ ਜਾਵਣਾ ਉਹ ਕਿਹੜਾ ਰਾਹ ਵਾ? ਅੱਛਾ, ਇੱਥੇ ਤੇ ਸਾਰਿਆਂ ਕੱਪੜੇ ਪਾਏ, ਨੰਗਾ ਦੋ ਜਗ ਚਾਲਿਆ ਤਾਂ ਦਿਸੈ ਖਰਾ ਡਰਾਵਣ। ਉਹ ਕਿਹੜੀ ਸਟੇਜ ਹੈ? ਉਹ ਕਿਹੜਾ ਦੇਸ਼ ਹੈ? ਅੱਛਾ, ਫੇਰ ਮਹਾਰਾਜ ਜੀ ਕਹਿੰਦੇ ਨੇ ਵੀ ਅਜ਼ਰਾਈਲ ਫਰਿਸ਼ਤਾ ਤਿਲ ਪੀੜਿਆ ਕਹਾਣੀ, ਇਹ ਵੀ ਆਉਂਦਾ ਹੈ। ਇੱਕ ਉਹ ਅੱਗਿਓਂ ਸੱਜਣ ਕਹਿੰਦਾ ਜੀ ਨਹੀਂ, ਵਿਦਵਾਨ ਕਹਿੰਦੇ ਭਿਆਨਕ ਰਾਸਾ, ਜਿਵੇਂ ਨਿਆਣੇ ਨੂੰ ਡਰਾਈਦਾ ਨਾ, ਬਾਹਰ ਨਾ ਜਾਈ ਮਿਆਉਂ ਖਾ ਜਾਊਗਾ ਤੈਨੂੰ, ਬਾਹਰ ਨਾ ਜਾਈ ਹਊ ਆ ਜਾਊਗਾ। ਉਹ ਹਊ ਕੋਈ ਬਲਾ ਨਹੀਂ ਹੁੰਦੀ, ਉਹ ਸਿਰਫ ਇੱਕ ਨਿਆਣੇ ਨੂੰ ਡਰਾਉਣਾ ਹੁੰਦਾ ਵੀ ਉਹਦਾ ਨੁਕਸਾਨ ਨਾ ਹੋਵੇ, ਸੱਟ ਨਾ ਮਰਾ ਲੇ। ਤਾਂ ਜੀ ਭਿਆਨਕ ਰਸ ਆ। ਤੇ ਦੂਸਰੇ ਬੰਨੇ ਜਿਹੜਾ ਸਵਰਗ ਆ, ਇਹ ਲੋਭ ਰਸ ਆ। ਮੈਨੇ ਕੋਈ ਲਾਲਚ ਦੇ ਕੇ ਚੰਗੇ ਕੰਮ ਚ ਲਾਉਣਾ ਵੀ ਜੇ ਤੂੰ ਐਰਕੀ ਫਸਟ ਆਇਆ ਕਲਾਸ ਚੋਂ ਤੇ ਮੈਂ ਤੈਨੂੰ ਆਹ ਚੀਜ਼ ਲੈ ਕੇ ਦਊਂਗਾ। ਜਿਵੇਂ ਧੰਨ ਬਾਬਾ ਫਰੀਦ ਸਾਹਿਬ ਦੇ ਮਾਤਾ ਜੀ, ਜੇ ਤੂੰ ਨਮਾਜ਼ ਪੜ੍ਹੇਗਾ ਤੇ ਮੈਂ ਤੈਨੂੰ ਸ਼ੱਕਰ ਦਊਂਗੀ। ਵਿਦਵਾਨ ਤਾਂ ਜੀ ਇਹ ਕਹਿੰਦੇ ਨੇ। ਉਹ ਮਹਾਤਮਾ ਕਹਿਣ ਲੱਗੇ ਵੀ ਇਹੋ ਜੇ ਵਿਦਵਾਨ ਕਰਨੀ ਤੋਂ ਫੋਕੇ, ਕਮਾਈ ਤੋਂ ਫੋਕੇ, ਇਹਨਾਂ ਤੇ ਸਾਰੀ ਦੁਨੀਆ ਕਰਾਈ ਪਾ ਛੱਡੀ। ਵੀ ਗੁਰਬਾਣੀ ਤੇ ਇਹ ਗੱਲ ਕਹਿੰਦੀ ਆ ਵੀ ਗੁਰੂ ਸਾਹਿਬ ਝੂਠ ਨਹੀਂ ਕਹਿੰਦੇ, ਜੇ ਗੁਰਬਾਣੀ ਦੀ ਗੱਲ ਕਰੋ ਤੇ ਜੇ ਤੁਸੀਂ ਆਪਣੀ ਮਨ ਦੀ ਮਤ ਦੀ ਕਰਨੀ, ਉਹ ਮੁਬਾਰਕ ਤੁਹਾਨੂੰ। ਗੁਰਬਾਣੀ ਕੀ ਕਹਿੰਦੀ? ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ। ਸੰਤ ਤੇ ਉਹ ਬੋਲਦੇ ਨੇ ਜੋ ਅੱਖੀਂ ਵੇਖਿਆ ਹੋਵੇ, ਸੋ ਬੋਲੇ ਜੋ ਪੇਖੇ ਆਖੀ। ਫਿਰ ਇਹਦਾ ਅਰਥ ਕੀ ਕਰਾਂਗੇ ਵੀ ਸੰਤਾਂ ਨੇ ਅੱਖਾਂ ਮੀਚ ਕੇ ਹੀ ਮਹਾਰਾਜ ਨੇ ਕਹਿ ਦਿੱਤਾ? ਹਾਂ, ਪਰ ਇੱਕ ਗੱਲ ਮੰਨਣ ਵਾਲੀ ਉਹ ਕੀ ਵੀ ਜਿਹੜਾ ਗੁਰਮੁਖ ਆ ਉਹ ਨਰਕ ਸਵਰਗ ਦੇ ਰਾਹ ਨਹੀਂ ਪੈਂਦਾ। ਇਹ ਸਿਧਾਂਤ ਗੁਰਮਤਿ ਨੇ ਮੰਨਿਆ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ। ਪਰ ਇਹ ਕਦੋਂ ਹੁੰਦਾ ਵਾ? ਜਦੋਂ ਅਬ ਤੋਂ ਜਾਏ ਚੜੇ ਸਿੰਘਾਸਣ। ਅਗਲੀਆਂ ਪੰਕਤੀਆਂ ਵੀ ਪੜੋ ਨਾ। ਅਬ ਤੋਂ ਜਾਏ ਚੜੇ ਸਿੰਘਾਸਣ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੇ। ਇਹ ਕਦੋਂ ਹੁੰਦਾ ਵਾ? ਜਦੋਂ ਗੁਰੂ ਕਾ ਸਿੱਖ ਨਾਮ ਦੀ ਕਮਾਈ ਕਰਦਾ ਹੈ। ਇਹ ਕਦੋਂ ਹੁੰਦਾ ਹੈ? ਇਹ ਗੁਰਬਾਣੀ ਦੱਸਦੀ ਹੈ ਵੀ ਚਿੱਤਰ ਗੁਪਤ ਸਭ ਲਿਖਤੇ ਲਿਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਨੂੰ ਤੇ ਨਿਗਾਹ ਪਾ ਕੇ ਵੀ ਨਹੀਂ ਵੇਖ ਸਕਦੇ ਹਨ। ਤਾਂ ਜਦੋਂ ਵਾਹਿਗੁਰੂ ਜੀ ਦਾ ਬਣਾਇਆ ਸਭ ਕੁਝ ਸੱਚਾ ਹੈ, ਤਾਂ ਫੇਰ ਗੁਰਬਾਣੀ ਕਹਿੰਦੀ ਹੈ ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ। ਤਾਂ ਵਾਹਿਗੁਰੂ ਜੀ ਦੀ ਉਹ ਭਾਵੇਂ ਸੂਖਮ ਸ੍ਰਿਸ਼ਟੀ ਹੈ, ਉਹ ਭਾਵੇਂ ਸਥੂਲ ਸ੍ਰਿਸ਼ਟੀ ਹੈ, ਜਦੋਂ ਰੱਬ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਆ, ਪਰਮੇਸ਼ਰ ਵੱਲ ਵੇਖੀਏ ਤਾਂ ਸਭ ਸੱਚਾ ਹੈ। ਤਾਂ ਮਹਾਰਾਜ ਜੀ ਕਹਿੰਦੇ ਝੂਠਾ ਕਿਸ ਕੋ ਆਖੀਏ ਸਾਹਾ। ਇਹ ਵਾਹਿਗੁਰੂ, ਜਦੋਂ ਤੇਰੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ, ਦੂਜਾ ਨਹੀਂ ਕੋਈ, ਤਾਂ ਕਿਸ ਨੂੰ ਅਸੀਂ ਝੂਠਾ ਕਹੀਏ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝੇ ਧਿਆਵਹਿ ਦਿਨ ਰਾਤ। ਇਹ ਮੇਰੇ ਪ੍ਰਭੂ, ਆਤਮ ਸਰੂਪ ਜੋਤ ਸਰੂਪ ਹੋ ਕੇ ਤੂੰ ਸਾਰਿਆਂ 'ਚ ਵਰਤਦਾ ਹੈ। ਜਿਵੇਂ ਕੋਈ ਸ਼ੀਸ਼ ਮਹਿਲ 'ਚ ਚਲੇ ਜਾਵੇ ਜਿੱਥੇ ਸ਼ੀਸ਼ੇ ਹੀ ਸ਼ੀਸ਼ੇ, ਉੱਥੇ ਕਿੰਨੇ ਪਰਛਾਵੇਂ ਸ਼ੀਸ਼ੇ ਦਿਖਣਗੇ। ਇਸੇ ਤਰ੍ਹਾਂ ਵਾਹਿਗੁਰੂ ਇੱਕ ਹੈ, ਜਿੰਨੇ ਸਰੀਰ ਨੇ ਸਾਰਿਆਂ ਵਿੱਚ ਉਹਦਾ ਪਰਛਾਵਾਂ ਹੈ, ਉਹਦੀ ਜੋਤ ਹੈ, ਉਹਦਾ ਇੱਕ ਨਿੱਕਾ ਹਿੱਸਾ ਆਤਮਾ ਸਾਰਿਆਂ ਦੇ ਵਿੱਚ ਵਰਤਦੀ ਪਈ ਹੈ। ਸਭ ਤੁਝੇ ਧਿਆਵਹਿ ਦਿਨ ਰਾਤ। ਔਰ ਸਾਰੇ ਸੱਚੇ ਪਾਤਸ਼ਾਹ
ਤੈਨੂੰ ਹੀ ਧਿਆਉਂਦੇ ਹਨ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰਹਿ ਇੱਕ ਦਾਤ। ਸਾਰੇ ਤੇਰੇ ਪਾਸੋਂ ਹੀ ਮੰਗਦੇ ਨੇ, ਹੇ ਮੇਰੇ ਸਾਹਾ, ਹੇ ਮੇਰੇ ਪਾਤਸ਼ਾਹ ਜੀ। ਤੇ ਆਪ ਸਭਨਾਂ ਨੂੰ ਇੱਕ ਪ੍ਰਭੂ ਜੀ ਤੁਸੀਂ ਹੀ ਦਾਤ ਦੇਣ ਵਾਲੇ ਹੋ, ਤੁਸੀਂ ਹੀ ਕਿਰਪਾ ਕਰਨ ਵਾਲੇ ਹੋ, ਤੁਸੀਂ ਹੀ ਦਾਤਾਂ ਦੇਣ ਵਾਲੇ ਹੋ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਾ। ਗੁਰਬਾਣੀ ਤੇ ਇਥੋਂ ਤੱਕ ਕਹਿੰਦੀ ਹੈ ਕਿ ਮੰਗਣ ਲੱਗਿਆਂ ਬੜੇ ਸਾਵਧਾਨ ਰਹਿਣਾ ਹੈ। ਇਹ ਨਾ ਹੋਵੇ ਕਿਤੇ ਬਾਦਸ਼ਾਹ ਪਾਸੋਂ ਤੂੜੀ ਦੀਆਂ ਪੰਡਾਂ ਹੀ ਮੰਗ ਲਓ। ਕੋਈ ਬਾਦਸ਼ਾਹ ਪਾਸੋਂ ਤੂੜੀ ਦੀਆਂ ਪੰਡਾਂ ਮੰਗੇ ਤੇ ਇਹ ਬਾਦਸ਼ਾਹ ਦੀ ਹਾਨੀ ਆ। ਇਹ ਏਡਾ ਵੱਡਾ ਪਾਤਸ਼ਾਹ ਸੀ, ਜੇ ਮੰਗਣ ਆਇਆ ਤੇ ਮੰਗਣ ਦੀ ਜਾਂਚ ਨਹੀਂ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਬਹੁਤੇ ਮੰਗਣ ਵਾਲੇ ਤੇ ਮੰਗ ਹੀ ਗਲਤ ਮੰਗ ਲੈਂਦੇ ਨੇ। ਮੰਮਾ ਮੰਗਣ ਹਾਰ ਇਆਨਾ, ਦੇਵਨ ਹਾਰ ਦੇ ਰਹਿਓ ਸਜਾਨਾ। ਮੰਗਣਾ ਕੀ ਹੈ? ਤਾਂ ਗੁਰਬਾਣੀ ਇਹ ਵੀ ਸਮਝਾਉਂਦੀ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ। ਇਹ ਸੱਚੇ ਪਾਤਸ਼ਾਹ ਆਪ ਹੀ ਇੱਕ ਹਰ ਤਰ੍ਹਾਂ ਦੀ ਦਾਤ ਆਪਣੇ ਪਿਆਰਿਆਂ ਨੂੰ ਦੇਣ ਵਾਲੇ ਹੋ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀ। ਇਹ ਸਾਰਾ ਸੰਸਾਰ, ਇਹ ਮੇਰੇ ਪਾਤਸ਼ਾਹ ਜੀ, ਸਭ ਤੇਰੇ ਅਧੀਨ ਹੈ, ਸਭ ਤੇਰੇ ਹੁਕਮ ਦੇ ਥੱਲੇ ਹੈ, ਸਭ ਤੇਰੇ ਵਿੱਚ ਹੀ ਹੈ ਤੇ ਤੇਰੇ ਤੋਂ ਬਾਹਰ ਕੁਝ ਵੀ ਨਹੀਂ। ਧਾਰਮਿਕ ਗ੍ਰੰਥਾਂ ਵਿੱਚ ਇੱਕ ਗੱਲ ਬੜੀ ਸੁੰਦਰ ਲਿਖੀ ਹੋਈ ਹੈ। ਪਰਮਾਤਮਾ ਨੂੰ ਪੁੱਛਿਆ ਗਿਆ ਵੀ ਇਹ ਦੁਨੀਆ ਕੀ ਹੈ। ਇੱਕ ਤਾਂ ਨਾ ਕਿਸੇ ਸੱਜਣ ਨੂੰ ਪੁੱਛਿਆ, ਉਹ ਗੱਲ ਹੋਰ ਹੋ ਜਾਂਦੀ। ਪਰਮਾਤਮਾ ਦੇ ਸਵਾਲਾਂ ਜਵਾਬਾਂ 'ਚ ਪੁੱਛਿਆ ਗਿਆ ਦੁਨੀਆ ਕੀ ਹੈ, ਤਾਂ ਕਿ ਉਹ ਗ੍ਰੰਥਕਾਰ ਲਿਖਦਾ, ਮੱਤਾ ਪਰਤਰਮ ਨਾ ਅਨਿਯਦ ਕਿੰਚਿਤ ਅਸਤੀ। ਪਰਮਾਤਮਾ ਕਹਿੰਦਾ ਮੇਰੇ ਤੋਂ ਬਿਨਾ ਦੁਨੀਆ ਕੁਝ ਵੀ ਨਹੀਂ। ਮੱਤਾ ਪਰਤਰਮ ਨਾ ਅਨਿਯਤ ਕਿੰਚਿਤ ਅਸਤੀ। ਭਾਵ ਜਿਹੜਾ ਸੰਸਾਰ ਆ ਇਹ ਮੇਰਾ ਰੂਪ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਇਸ ਕਰਕੇ ਹੇ ਸੱਚੇ ਪਾਤਸ਼ਾਹ, ਇਹ ਦੁਨੀਆ ਤੇਰੇ ਤੋਂ ਬਾਹਰ ਨਹੀਂ, ਤੇਰੇ ਤੋਂ ਬਾਹਰ ਕੁਝ ਵੀ ਨਹੀਂ। ਜੋ ਤੂੰ ਚਾਹੇ ਕਰ ਸਕਦਾ ਹੈ। ਆਪ ਹੈਰਾਨ ਹੋਵੋਗੇ, ਜਿਹੜੀ ਧਾਰਮਿਕ ਗ੍ਰੰਥਾਂ ਦੀ ਫਿਲਾਸਫੀ ਉਹ ਕਹਿੰਦੀ ਰੱਬ ਤੋਂ ਬਿਨਾ ਕੁਝ ਨਹੀਂ। ਇਹ ਜਿੰਨੀ ਦੁਨੀਆ ਇਹ ਰੱਬ ਦੇ ਬੱਚੇ ਨੇ, ਏਕ ਪਿਤਾ ਏਕ ਸਕੇ ਹਮ ਬਾਰਕ। ਜਦੋਂ ਅਸੀਂ ਕਿਸੇ ਬੰਦੇ ਨੂੰ ਸੁੱਖ ਦਿੰਨੇ ਆ ਤਾਂ ਉਹ ਕਿਹਨੂੰ ਗਿਆ? ਫਿਰ ਪਰਮਾਤਮਾ ਨੂੰ। ਜਦੋਂ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ, ਉਹ ਕਿਹਦੀ ਹੋਈ? ਫਿਰ ਪਿੱਛੇ ਕੌਣ ਹੈ? ਪਰਮਾਤਮਾ ਦੀ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਆਪ ਹੈਰਾਨ ਹੋਵੋਗੇ, ਜਦੋਂ ਅਸੀਂ ਕਿਸੇ ਨੂੰ ਦੁੱਖ ਦਿੰਨੇ, ਉਹ ਕਿਹਨੂੰ ਮਿਲਿਆ? ਫਿਰ ਤੁਸੀਂ ਸਮਝਦੇ ਕਿਸੇ ਬੰਦੇ ਨੂੰ, ਪਿੱਛੇ ਕੌਣ ਆ ਉਹਦੇ? ਉਪਾਧੀ ਛੱਡਣੀ ਪਊਗੀ। ਭਾਵ ਜੋ ਸਾਹਮਣੇ ਦੀਂਦਾ ਹੈ ਉਹ ਛੱਡਣਾ ਪਊਗਾ, ਜਿਹੜੀ ਪਿੱਛੇ ਜੋਤ ਹੈ ਉਹ ਦੇਖਣੀ ਪਵੇਗੀ। ਇਸ ਕਰਕੇ ਧਾਰਮਿਕ ਗ੍ਰੰਥ ਤਾਂ ਇਥੋਂ ਤੱਕ ਕਹਿੰਦੇ ਨੇ, ਯੇਨ ਕਿੰਚਿਤ ਭੂਤਮ ਪ੍ਰਣਮੇਤ ਅਨੰਨਿਆ। ਇਹ ਸਾਰੀ ਦੁਨੀਆ ਰੱਬ ਦਾ ਰੂਪ ਸਮਝ ਕੇ ਨਾ ਹੱਥ ਜੋੜ ਕੇ ਨਮਸਕਾਰ ਕਰ। ਇਹ ਸਾਰਾ ਸੰਸਾਰ ਹੀ ਉਹਦਾ ਰੂਪ ਹੈ। ਮੇਰੇ ਮਨ 'ਚ ਸਵਾਲ ਪੈਦਾ ਹੋਇਆ, ਇਹ ਗੱਲ ਠੀਕ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਸ਼੍ਰੋਮਣੀ ਤੇ ਕੋਈ ਵੀ ਨਹੀਂ, ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ। ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਸਾਹਮਣੇ ਆਉਂਦੀਆਂ ਨੇ, ਔਰ ਧਾਰੇ ਜੋ ਅੰਤਰ ਨਾਮ, ਅੱਗੇ ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੇ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ।
ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਆਉਂਦੀਆਂ ਨੇ, ਮਨ ਤੇ ਬਿਨਸੈ ਸਗਲਾ ਭਰਮ। ਫਿਰ ਉਹਦੀ ਅਵਸਥਾ ਕੀ ਬਣ ਜਾਂਦੀ, ਕਰ ਪੂਜੈ ਸਗਲ ਪਾਰ ਬ੍ਰਹਮ। ਉਹ ਫਿਰ ਹਰ ਜਗ੍ਹਾ ਪਰਮੇਸ਼ਰ ਨੂੰ ਹੀ ਦੇਖਣ ਲੱਗ ਪੈਂਦਾ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ, ਤੂੰ ਦਰਿਆਓ ਸਭ ਤੁਝ ਹੀ ਮਾਹੇ। ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਦੇ ਵਿੱਚ ਹੀ ਨੇ ਤੇ ਸਮੁੰਦਰ ਦਾ ਰੂਪ ਹੀ ਨੇ, ਸਮੁੰਦਰ ਤੋਂ ਬਾਹਰ ਨਹੀਂ। ਇਸੇ ਤਰ੍ਹਾਂ ਸੰਸਾਰ ਜੋ ਵੀ ਹੈ, ਘੜੇ ਮਿੱਟੀ ਤੋਂ ਬਣਿਆ, ਜਿਹੜਾ ਘੜਾ ਮਿੱਟੀ ਦਾ ਰੂਪ ਹੈ, ਪਰਮਾਤਮਾ ਤੋਂ ਬਣਿਆ ਸੰਸਾਰ ਪਰਮਾਤਮਾ ਦਾ ਰੂਪ। ਬ੍ਰਹਮ ਗਿਆਨੀਆਂ ਦੀ ਨਿਗਾਹ ਦੇ ਵਿੱਚ ਇਹ ਮੰਨਿਆ ਜਾਂਦਾ ਹੈ। ਸਭ ਜੀਉ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਇਹ ਸਾਰੇ ਜੀਵ ਤੇਰੇ ਨੇ, ਹੇ ਮੇਰੇ ਸੱਚੇ ਪਾਤਸ਼ਾਹ, ਤੇ ਆਪ ਸਭਨਾਂ ਦੇ ਹੀ ਹੋ, ਕਿਸੇ ਨਾਲ ਕੋਈ ਵਿਤਕਰਾ ਨਹੀਂ। ਹਾਂ ਬਸ ਜਿਹੜਾ ਸਿਮਰਨ ਕਰੇਗਾ ਉਹਦੀ ਤੁਸੀਂ ਮਦਦ ਕਰਦੇ। ਭਾਈ ਮੱਖਣ ਸ਼ਾਹ ਲਬਾਣੇ ਦਾ ਪ੍ਰਸੰਗ ਆਉਂਦਾ, ਬਹੁਤ ਸੁੰਦਰ ਹੈ। ਉੱਥੇ ਕਵੀ ਜੀ ਲਿਖਦੇ ਨੇ ਕਿ ਮਹਾਰਾਜ ਜੀ ਜਿਨਨੇ ਸਿਮਰਨ ਕੀਤਾ ਉਹਦੀ ਸਹਾਇਤਾ ਬਸ, ਦੂਜੇ ਦੀ ਨਹੀਂ। ਉਦਾਹਰਣ ਪਤਾ ਕੀ ਦਿੱਤੀ, ਸਿਰਫ ਦ੍ਰੋਪਦੀ ਦੀ ਸਹਾਇਤਾ ਉਹਦੇ 5 ਘਰ ਵਾਲਿਆਂ ਦੀ ਨਹੀਂ, ਪਾਂਡਵਾਂ ਦੀ ਨਹੀਂ। ਜੂਆ ਖੇਡਿਆ ਵਾ, ਧੱਕੇ ਖਾਓ, ਕਰਮ ਕੀਤਾ ਆਪੇ ਵੱਢੋ, ਫਲ ਭੋਗੋ, ਕਿਹਨੇ ਕਿਹਾ ਸੀ ਖੇਡਣ? ਉਹਨਾਂ 5 ਨੇ ਸਿਮਰਨ ਨਹੀਂ ਕੀਤਾ, ਉਹਦਾ ਸਿਰਫ ਦ੍ਰੋਪਦੀ ਨੇ ਕੀਤਾ, ਤੇ ਉਹਨੇ ਫਿਰ ਲਾਜ ਵੀ ਦ੍ਰੋਪਦੀ ਦੀ ਰੱਖੀ। ਬਾਕੀਆਂ ਨੇ ਭਾਵੇਂ 14 ਸਾਲ ਧੱਕੇ ਖਾਦੇ, ਆਪੇ ਬੀਜਿਆ ਹੈ ਤੇ ਆਪੇ ਵੱਢੋ। ਭਾਈ ਮੱਖਣ ਸ਼ਾਹ ਜੀ ਕਹਿੰਦੇ ਨੇ, ਤੂੰ ਸਹਾਇਤਾ ਉਹਦੀ ਕਰਦਾ ਜਿਹੜੇ ਤੇਰਾ ਸਿਮਰਨ ਕਰਦੇ ਨੇ। ਇਸ ਕਰਕੇ ਹੇ ਮੇਰੇ ਮਾਲਕ, ਹੈ ਤਾਂ ਤੂੰ ਸਭਨਾਂ ਦਾ, ਸਭ ਤੇਰੇ, ਪਰ ਸਹਾਇਤਾ ਉਹਨਾਂ ਦੀ ਕਰਦਾ ਹੈ ਜਿਹੜੇ ਸਿਮਰਨ ਵਿੱਚ ਜੁੜਦੇ ਨੇ। ਸਭ ਤੁਝ ਹੀ ਮਾਹੇ ਸਮਾਹੇ। ਤੇ ਸਿਮਰਨ ਦੀ ਬਰਕਤ ਦੇ ਨਾਲ ਇੱਕ ਦਿਨ ਉਹ ਫਿਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸਾਹ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਪਾਤਸ਼ਾਹ, ਤੂੰ ਸਭਨਾਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਇਹ ਮੇਰੇ ਪਿਆਰੇ, ਤੇ ਸਾਰੇ ਤੈਨੂੰ ਹੀ ਧਿਆਉਂਦੇ ਨੇ। ਹੇ ਮੇਰੇ ਪਾਤਸ਼ਾਹ ਜੀ, ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤ ਸਾਹ। ਜਿੱਦਾਂ ਆਪ ਜੀ ਨੂੰ ਚੰਗਾ ਲੱਗੇ ਉਵੇਂ ਮੈਨੂੰ ਰੱਖ ਲਓ। ਮੇਰੇ ਔਗੁਣਾਂ ਨੂੰ ਮਾਫ ਕਰੋ, ਮੇਰੇ ਗੁਨਾਹਾਂ ਨੂੰ ਬਖਸ਼ੋ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਣ ਪ੍ਰਭ ਆਏ। ਰਾਮ ਰਾਜੇ ਹਮ ਭੂਲ ਵਿਗਾੜੇ ਦਿਨ ਸਰਾਤ, ਹਰ ਲਾਜ ਰਖਾਏ। ਇਹ ਸੱਚੇ ਪਾਤਸ਼ਾਹ ਜੀ, ਇਹ ਆਪ ਕਿਰਪਾ ਕਰੋ। ਭੁੱਲਣ ਅੰਦਰ ਸਭ ਕੋ ਅਭੁੱਲ, ਗੁਰੂ ਕਰਤਾਰ ਦੇ ਮਹਾਵਾਕਾਂ ਅਨੁਸਾਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ। ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਹੈੱਡ ਗ੍ਰੰਥੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਦਮਦਮੇ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਧੰਨਵਾਦ। ਆਓ ਇੱਥੇ ਹੀ ਕਥਾ ਵਿਚਾਰ ਦੀ ਸਮਾਪਤੀ ਕਰੀਏ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸਾਹ। ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤ ਸਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।